ਧੰਨ ਵਾਹਿਗੁਰੂ ਜੀਓ। ਮਹੱਲਾ ਪੰਜਵਾਂ। ਫਰੀਦਾ ਦੁਖ ਸੁਖ ਇਕ ਕਰ, ਦਿਲ ਤੇ ਲਾਹ ਵਿਕਾਰ। ਅੱਲਾਹ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਫਰੀਦਾ ਦੁਖ ਸੁਖ ਇਕ ਕਰ, ਦਿਲ ਤੇ ਲਾਹ ਵਿਕਾਰ। ਅੱਲਾਹ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਕੇ ਆਪ ਜੀ ਸਤਿਗੁਰੂ ਦੀ ਪਾਵਨ ਬਾਣੀ ਦੇ ਉਪਦੇਸ਼ ਨਾਲ ਸਾਂਝ ਬਣਾਉਣ ਦਾ ਯਤਨ ਕਰ ਰਹੇ ਸੀ। ਰੋਜ਼ਾਨਾ ਦੇ ਇਹਨਾਂ ਸੱਜਦੇ ਦੀਵਾਨਾਂ ਵਿੱਚ ਆਪਾਂ ਭਗਤ ਬਾਣੀ ਦੇ ਵਿੱਚੋਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਲੜੀਵਾਰ ਵਿਚਾਰ ਸਮਝਣ ਦਾ ਇਹ ਯਤਨ ਅਤੇ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿੱਚ ਹੁਣ ਤੱਕ ਆਪਾਂ ਤਕਰੀਬਨ 108 ਸ਼ਲੋਕ ਜਿਹੜੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਪਵਿੱਤਰ ਨਾਮ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ, ਉਹਨਾਂ ਦੀ ਵਿਚਾਰ ਸਮਝਣ ਦਾ ਯਤਨ ਕੀਤਾ ਹੈ। ਕੁਝ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹਨ, ਗੁਰੂ ਅਰਜਨ ਸਾਹਿਬ, ਗੁਰੂ ਅਮਰਦਾਸ ਸਾਹਿਬ ਇਤਿਆਦਿ ਕੁੱਲ ਸ਼ਲੋਕਾਂ ਦੀ ਗਿਣਤੀ 130 ਹੈ। ਉਹ ਆਪਾਂ ਅਖੀਰਲੇ ਸ਼ਲੋਕਾਂ ਵਿੱਚ ਜਾ ਕੇ ਵਿਚਾਰ ਕਰਾਂਗੇ ਕਿ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਕਿੰਨੇ ਹਨ ਅਤੇ ਦੂਜੀਆਂ ਪਾਤਸ਼ਾਹੀਆਂ ਦੇ ਸ਼ਲੋਕ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਵਿੱਚ ਕਿੰਨੇ ਹਨ। ਕੱਲ੍ਹ ਦੇ ਦੀਵਾਨ ਵਿੱਚ ਜਿਸ ਸ਼ਲੋਕ ਦੀ ਵਿਚਾਰ ਆਪਾਂ ਸਾਂਝੀ ਕੀਤੀ ਸੀ, ਸੰਖੇਪ ਵਿੱਚ ਕਹਿ ਦਿਆਂ, ਬਾਬਾ ਫਰੀਦ ਸਾਹਿਬ ਜੀ ਦਾ ਆਪਾਂ ਸ਼ਲੋਕ ਪੜ੍ਹਿਆ ਸੀ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀ ਵੰਦੜੋ ਮੋਇਓ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਇਸ ਸ਼ਲੋਕ ਦੀ ਐਕਸਪਲੇਨੇਸ਼ਨ ਦਿੰਦਿਆਂ, ਹੋਰ ਗਹਿਨ ਸੁਖੰਨੀ ਵਿਆਖਿਆ ਕਰਦਿਆਂ ਹੋਇਆਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਇਸ ਤੋਂ ਅੱਗੇ ਕੁਝ ਸ਼ਲੋਕ ਦਰਜ ਹਨ। ਪਹਿਲਾ ਸ਼ਲੋਕ ਸੀ ਫਰੀਦਾ ਕੰਤ ਰੰਗਾਵਲਾ। ਬਾਬਾ ਫਰੀਦ ਸਾਹਿਬ ਜੀ ਨੇ ਵਕਤ ਨੂੰ ਸੰਭਾਲ ਕੇ ਪਰਮੇਸ਼ਰ ਦੇ ਨਾਮ ਰੱਬੀ ਗੁਣਾਂ ਦੇ ਅਭਿਆਸ ਵੱਲ ਸਮਾਂ ਕੱਢਣ ਲਈ ਪ੍ਰੇਰਨਾ ਕੀਤੀ ਹੈ ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਦੱਸਿਆ ਵੀ ਇਸ ਅਭਿਆਸ ਵਿੱਚੋਂ ਨਿਕਲਣਾ ਕੀ ਹੈ। ਕੋਈ ਵੀ ਕੰਮ ਆਪਾਂ ਕਰਦੇ ਹਾਂ ਜੀਵਨ ਵਿੱਚ ਤਾਂ ਕੋਸ਼ਿਸ਼ ਕਰਦੇ ਹਾਂ ਵੀ ਇਹਦੇ ਵਿੱਚੋਂ ਕੋਈ ਰਿਜ਼ਲਟ ਕੱਢਿਆ ਜਾਏ, ਕੋਈ ਪ੍ਰਾਪਤੀ ਕੀਤੀ ਜਾਏ, ਵੀ ਮੇਰੇ ਕੰਮ ਕਰਨ ਦਾ ਏਮ ਕੀ ਹੈ, ਮਕਸਦ ਕੀ ਹੈ, ਟੀਚਾ ਕੀ ਹੈ, ਮੈਂ ਕਿਉਂ ਕਰ ਰਿਹਾ ਹਾਂ ਇਹ ਕੰਮ। ਬਾਬਾ ਫਰੀਦ ਸਾਹਿਬ ਜੀ ਨੇ ਜਿਸ ਸ਼ਲੋਕ ਦੀ ਵਿਚਾਰ ਸਾਡੇ ਸਨਮੁਖ ਰੱਖੀ, ਮਹਾਰਾਜ ਗੁਰੂ ਅਰਜਨ ਸਾਹਿਬ ਨੇ ਉਸ ਦੀ ਵਿਆਖਿਆ ਵਿੱਚ ਕੁਝ ਸ਼ਲੋਕ ਰਚੇ, ਜਿਨ੍ਹਾਂ ਦੀ ਇੱਕ ਸ਼ਲੋਕ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਹੈ। ਇਸ ਅਭਿਆਸ ਵਿੱਚੋਂ ਪ੍ਰਾਪਤੀ ਕੀ ਹੋਣੀ ਚਾਹੀਦੀ ਹੈ, ਅਤੇ ਉਹਨਾਂ ਪ੍ਰਾਪਤੀ ਦੱਸੀ, ਫਰੀਦਾ ਕੰਤ ਰੰਗਾਵਲਾ, ਵੱਡਾ ਵੇ ਮੁਹਤਾਜ ਅੱਲਾ ਸੇਤੀ ਰਤਿਆਂ। यो जो परमेश्वर वाहिगुरू अल्लाह है, खुदा है, एक तो बेमुताज है।
ਉਹਨੂੰ ਕੋਈ ਤਮਾ ਨਹੀਂ ਹੈ ਵੀ ਕੋਈ ਉਹਦੀ ਯਾਦ ਵਿੱਚ ਜੁੜੇ ਤੇ ਉਹਨੇ ਕੋਈ ਵੱਡੇ ਹੋ ਜਾਣ, ਜਾਂ ਉਹਨੂੰ ਆਪਣੀ ਕੋਈ ਵਡਿਆਈ ਦੀ ਇੱਛਾ ਹੈ, ਜਾਂ ਉਹਨੂੰ ਕੋਈ ਸਾਡੀ ਮੁਤਾਜੀ ਹੈ। ਨਹੀਂ, ਇਹ ਇਸ ਕਰਕੇ ਆਪਾਂ ਕੋਈ ਅਭਿਆਸ, ਇਸ ਕਰਕੇ ਆਪਾਂ ਉਹਦੀ ਯਾਦ ਵਿੱਚ ਨਹੀਂ ਜੁੜਨਾ। ਇਹ ਸੁਰਤ ਵਿੱਚ ਵਸਾਉਣਾ ਹੈ ਵੀ ਉਹਨੂੰ, ਉਹਦੇ ਉੱਤੇ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ। ਤੇ ਉਹ ਪਰਮੇਸ਼ਰ ਦੀ ਹਸਤੀ ਬੜੀ ਸੋਹਣੀ ਹੈ, ਸੁਹੱਪਣ ਵਾਲੀ ਹੈ, ਚੰਗੀ ਲੱਗਣ ਵਾਲੀ ਹੈ। ਇਹ ਦੋ ਗੁਣ ਆਪਣੇ ਮਨ ਵਿੱਚ ਵਸਾਉਣੇ ਨੇ ਉਸ ਪਰਮੇਸ਼ਰ ਦੇ। ਤੇ ਫਿਰ ਕਰਨਾ ਕੀ, ਅੱਲਾ ਸੇਤੀ ਰਤਿਆਂ ਉਸ ਅੱਲਾ ਦੇ ਵਿੱਚ, ਨਾਮ ਵਿੱਚ, ਉਹਦੀ ਯਾਦ ਵਿੱਚ ਆਪਣੇ ਆਪ ਨੂੰ ਰੰਗਣਾ ਹੈ। ਉਸ ਵਾਹਿਗੁਰੂ ਦੀ ਉੱਚੀ ਹਸਤੀ ਨੂੰ ਸਮਰਪਣ ਹੋਣਾ, ਉਹਦਾ ਪ੍ਰਭਾਵ ਕਬੂਲਣਾ। ਤੇ ਜਦੋਂ ਸਾਡੀ ਸੁਰਤ ਉੱਤੇ ਉਹਦੇ ਗੁਣਾਂ ਦਾ ਪ੍ਰਭਾਵ ਪੈ ਜਾਂਦਾ ਹੈ, ਅਸੀਂ ਧੁਰ ਅੰਦਰੋਂ ਉਸ ਪਰਮੇਸ਼ਰ ਨਾਲ ਮੁਹੱਬਤ ਕਰਨ ਲੱਗਦੇ ਹਾਂ, ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਫਿਰ ਕੀ ਹੁੰਦਾ ਹੈ, ਇਹ ਸਚਾਵਾਂ ਸਾਜ। ਸਾਡੀ ਜਿਹੜੀ ਬਣਤਰ ਹੈ, ਇੱਕ ਚੀਜ਼ ਨੂੰ ਮੈਂ ਕੱਲ ਥੋੜ੍ਹਾ ਜਿਹਾ ਸੰਖੇਪ ਵਿੱਚ ਇਸ ਨੂੰ ਕਿਹਾ ਸੀ ਸਮੇਂ ਦੇ ਮੁਤਾਬਕ, ਇਹ ਸ਼ਬਦ ਬੜਾ ਪਿਆਰਾ ਹੈ, ਇਹ ਸਚਾਵਾਂ ਸਾਜ। ਸਾਜ ਦਾ ਮਤਲਬ ਹੁੰਦਾ ਹੈ ਸਟਰਕਚਰ, ਬਣਤਰ, ਘਾੜਤ। ਮਨੁੱਖ ਕਈ ਨੇਕੀ ਦੀਆਂ, ਚੰਗੀਆਂ ਵਿਚਾਰ ਵਾਲੀਆਂ, ਉੱਤਮ ਦਰਜੇ ਦੀਆਂ, ਪਰਉਪਕਾਰ ਦੀਆਂ ਗੱਲਾਂ ਨੂੰ ਜਾਣਦਾ ਹੈ। ਬੌਧਿਕ ਤੌਰ ਉੱਤੇ ਆਪਾਂ ਜਾਣਦੇ ਹਾਂ, ਨੌਲੇਜ ਹੈ ਸਾਨੂੰ ਵੀ ਆਹ ਕੰਮ ਚੰਗਾ ਹੈ ਤੇ ਹੋਣਾ ਚਾਹੀਦਾ। ਸੰਸਾਰ 'ਚ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਚੋਰੀ ਕਰਨਾ ਮਾੜੀ ਗੱਲ ਹੈ, ਫਿਰ ਵੀ ਕਰਦੇ ਨੇ। ਚੁਗਲੀ ਕਰਨਾ ਮਾੜੀ ਗੱਲ ਹੈ, ਕਰਦੇ ਨੇ। ਨਿੰਦਾ ਕਰਨਾ ਮਾੜੀ ਗੱਲ ਹੈ, ਕਰਦੇ ਨੇ। ਕਿਸੇ ਨਾਲ ਧੱਕਾ ਜਾਂ ਜ਼ੁਲਮ ਕਰਨਾ ਕਿਸੇ ਉੱਤੇ ਮਾੜੀ ਗੱਲ ਹੈ, ਫਿਰ ਵੀ ਕਰ ਲੈਂਦੇ ਨੇ। ਨਫ਼ਰਤ ਕਰਨੀ, ਭੇਦਭਾਵ ਕਰਨਾ ਕਿਸੇ ਨਾਲ ਮਾੜੀ ਗੱਲ ਹੈ, ਫਿਰ ਵੀ ਕਰਦੇ ਨੇ। ਜਾਨੀ ਕਿ ਮਨੁੱਖ ਬੌਧਿਕ ਤੌਰ ਉੱਤੇ, ਦਿਮਾਗੀ ਪੱਧਰ ਉੱਤੇ ਜਾਣਕਾਰੀ ਰੱਖਦਾ ਹੈ ਵੀ ਆਹ ਕੰਮ ਮਾੜੇ ਨੇ, ਨਹੀਂ ਕਰਨੇ ਚਾਹੀਦੇ, ਪਰ ਫਿਰ ਵੀ ਕਿਉਂ ਕਰਦਾ ਹੈ? ਇਹ ਬੜਾ ਅਹਿਮ ਸਵਾਲ ਹੈ। ਇਸ ਕਰਕੇ ਕਰਦਾ ਹੈ ਕਿ ਇਹ ਜਿਹੜੀ ਚੰਗੀ ਵਿਚਾਰ ਹੈ ਮਨੁੱਖ ਦੀ ਬਣਤਰ ਵਿੱਚ ਨਹੀਂ ਉਤਰੀ। ਇਹ ਕੇਵਲ ਦਿਮਾਗੀ ਪੱਧਰ ਉੱਤੇ, ਜਾਣਕਾਰੀ ਦੇ ਲੈਵਲ ਉੱਤੇ ਤੇ ਹੈ, ਪਤਾ ਹੈ, ਪਰ ਇਹ ਚੀਜ਼ ਬਣਤਰ ਵਿੱਚ ਨਹੀਂ ਵਸੀ ਵੀ ਇਹ ਚੀਜ਼ ਸਾਡੇ ਸੁਭਾਅ ਵਿੱਚ ਰਚ ਜਾਏ, ਸਾਡੀ ਸੁਰਤ ਵਿੱਚ ਇੰਨੀ ਰਚ ਜਾਏ ਵੀ ਸਾਨੂੰ ਸੱਚਮੁੱਚ ਹੀ ਮਾੜੀ ਲੱਗਣ ਲੱਗ ਜਾਏ, ਭੈੜੀ ਲੱਗਣ ਲੱਗ ਜਾਏ। ਜਿਹੜੀ ਚੀਜ਼ ਸਾਡੀ ਬਣਤਰ ਵਿੱਚ ਹੈ, ਭਾਵ ਸਾਡੀ ਸੁਰਤ ਵਿੱਚ ਹੈ, ਸਾਡੇ ਜੀਵਨ ਦੇ ਸਟਰਕਚਰ ਵਿੱਚ ਫਿੱਟ ਹੋ ਚੁੱਕੀ ਹੈ, ਉਹੀ ਪ੍ਰੈਕਟਿਸ ਵਿੱਚ ਆਏਗੀ, ਉਹਨੇ ਅਭਿਆਸ ਵਿੱਚ ਆਉਂਦੀ ਰਹਿਣਾ। ਉਹ ਚੀਜ਼ ਨੇ ਬਾਰ-ਬਾਰ ਸਾਡੇ ਜੀਵਨ 'ਚ ਹਰ ਮੋੜ 'ਤੇ ਅਪਲਾਈ ਹੋਣਾ। ਇਸੇ ਕਰਕੇ ਮਹਾਰਾਜ ਬਾਣੀ 'ਚ ਕਹਿੰਦੇ ਨਾ, ਸੰਤੋਖ ਤੇ ਸਬਰ ਦੀ ਗੱਲ ਕਰਨਾ ਹੋਰ ਚੀਜ਼ ਹੈ, ਪਰ ਜਦੋਂ ਵਕਤ ਆਉਂਦਾ ਹੈ ਤੇ ਬੰਦਾ ਉਸ ਵੇਲੇ ਸਬਰ ਤੇ ਸੰਤੋਖ ਦਾ ਪੱਲਾ ਛੱਡ ਲੈਂਦਾ। ਕਾਰਨ ਉਹਦਾ ਅਭਿਆਸ ਨਹੀਂ ਸੀ ਹੋਇਆ, ਉਹਦੀ ਪ੍ਰੈਕਟਿਸ ਹੀ ਹੈ ਨਹੀਂ, ਉਹ ਸਾਡੀ ਬਣਤਰ 'ਚ ਨਹੀਂ ਹੈ। ਜਦੋਂ ਮੌਕਾ ਮੇਲ ਬਣਦਾ, ਸਮਾਂ ਬਣਦਾ, ਉੱਥੇ ਫਿਰ ਉਹ ਕੁਝ ਹੀ ਮਨੁੱਖ ਆਪਣੇ ਜੀਵਨ ਦੇ ਵਿੱਚੋਂ ਉੱਭਰਦਾ ਹੋਇਆ, ਵਾਪਰਦਾ ਹੋਇਆ ਵੇਖਦਾ, ਜੋ ਉਹਦੇ ਜੀਵਨ 'ਚ ਆਲਰੇਡੀ ਪਹਿਲਾਂ ਪਿਆ, ਜੋ ਉਹਦੀ ਸੁਰਤ ਵਿੱਚ ਹੈ, ਜੋ ਉਹਦੇ ਮਨ ਵਿੱਚ ਹੈ, ਜਿਹੜੀ ਗੱਲ ਦਾ ਉਹਨੇ ਮਾਨਸਿਕ ਤੌਰ 'ਤੇ ਅਭਿਆਸ ਕੀਤਾ ਹੈ, ਉਹ ਚੀਜ਼ ਹੀ ਉਹਦੇ ਜੀਵਨ 'ਚੋਂ ਪ੍ਰਗਟ ਹੁੰਦੀ। ਇਸ ਨੂੰ ਹਜ਼ੂਰ ਨੇ ਬੜੇ ਸੌਖੇ ਸ਼ਬਦਾਂ 'ਚ ਕਿਹਾ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਕਿਸੇ ਨੇ ਬੜਾ ਮਹਿੰਗਾ ਤੇ ਕੀਮਤੀ ਬੀਜ ਲਿਆ ਕੇ ਯੂਨੀਵਰਸਿਟੀ ਤੋਂ ਰੱਖਿਆ, ਪੂਰਾ ਡੱਬਾ ਉਹਦਾ ਜਿਹੜਾ ਹੈ ਬੰਦ ਹੈ, ਪੈਕ ਹੋਇਆ, ਪਰ ਉੱਗਣਾ ਕਿਹੜਾ ਬੀਜ ਹੈ? ਜਿਹੜਾ ਉਹਨੇ ਜ਼ਮੀਨ 'ਚ ਸੁੱਟਿਆ, ਪੈਕ ਹੋਇਆ ਥੋੜ੍ਹੀ ਉੱਗੇਗਾ। ਸਮਝੋ ਵੀ ਕੁਝ ਚੰਗੀਆਂ ਗੱਲਾਂ ਜਿਹੜੀਆਂ ਸਾਨੂੰ ਪਤਾ ਨੇ, ਉਹ ਪੈਕ ਹੋਈਆਂ ਪਈਆਂ ਨੇ, ਉਹਨਾਂ ਨੂੰ ਬੀਜਿਆ ਨਹੀਂ ਗਿਆ। ਬੀਜ ਕਿਹੜਾ ਜ਼ਮੀਨ 'ਚ ਉੱਗਣਾ? ਜਿਹੜਾ ਜ਼ਮੀਨ ਮਿੱਟੀ ਦੇ ਵਿੱਚ ਰਲ ਗਿਆ, ਜ਼ਮੀਨ ਦਾ ਹਿੱਸਾ ਬਣ ਗਿਆ। ਉਹਦੇ ਉੱਤੇ ਫਿਰ ਜਿੰਨਾ ਕੋਈ ਅਭਿਆਸ ਕਰਦਾ ਹੈ, ਉਹਦੇ ਉੱਤੇ ਜਿੰਨੀ ਕੋਈ ਮਿਹਨਤ ਕਰਦਾ ਹੈ, ਉਹ ਉਸ ਹਿਸਾਬ ਨਾਲ ਫਿਰ ਉਹ ਮਿੱਟੀ ਜਿਹੜੀ ਆ ਉਸ ਬੀਜ ਦਾ ਅੰਕੁਰ ਫੁੱਟਦਾ ਹੈ ਤੇ ਪ੍ਰਫੁੱਲਤ ਹੁੰਦਾ ਹੈ। ਮਹਾਰਾਜ ਨੇ ਕਿੱਡੇ ਸੋਹਣੇ ਸ਼ਬਦ ਵਰਤੇ, ਫਰੀਦਾ ਲੋੜੈ ਦਾਖ ਬਿਜੌਰੀਆਂ ਕਿਕਰ ਬੀਜੈ ਜੱਟ ਹੰਡਾ ਉਨ ਕਤਾਇਨ। ਇੱਥੇ ਬੀਜੇ ਸ਼ਬਦ ਦਾ ਮਤਲਬ ਹੈ ਅਬਜ਼ਰਵ ਕਰਨਾ। ਬੀਜ ਨੂੰ ਅਬਜ਼ਰਵ ਕਰ ਲੈਂਦੀ ਹੈ ਨਾ, ਗ੍ਰਹਿਣ ਕਰ ਲੈਂਦੀ ਹੈ ਮਿੱਟੀ, ਆਪਣਾ ਹਿੱਸਾ ਬਣਾ ਲੈਂਦੀ ਹੈ।
ਤੇ ਫਿਰ ਉਹੀ ਉਗਦਾ। ਜਿਹੜਾ ਖਿਆਲ ਤੁਹਾਡੀ ਸੁਰਤ ਦਾ ਹਿੱਸਾ ਬਣ ਗਿਆ, ਤੁਹਾਡੇ ਮਨ ਦੇ ਅਭਿਆਸ ਦਾ ਹਿੱਸਾ ਬਣ ਗਿਆ, ਉਹੀ ਕਰਮ ਰਾਹੀਂ ਪ੍ਰਗਟ ਹੋਣਾ, ਦੂਜਾ ਨਹੀਂ ਹੋਣਾ। ਭਾਵੇਂ ਕਿੰਨਾ ਵੀ ਪਤਾ ਹੋਵੇ, ਭਾਵੇਂ ਕਿਸੇ ਨੂੰ ਕਿੰਨੇ ਵੀ ਮੇਰੇ ਵਰਗੇ ਨੂੰ ਬਾਣੀ ਦੇ ਅਰਥ ਆਉਂਦੇ ਹੋਣ, ਜਾਂ ਕਿੰਨਾ ਵੀ ਕੁਝ ਪਤਾ ਹੋਵੇ, ਕਿਸੇ ਨੇ ਕਿੰਨੇ ਧਰਮ ਗ੍ਰੰਥ ਪੜ੍ਹੇ ਹੋਣ, ਪਰ ਨਾਨਕ ਲਿਖਿਆ ਇੱਕ ਗੱਲ, ਖਾਤੇ ਵਿੱਚ ਕਿਹੜੀ ਗੱਲ ਹੈ ਵੀ ਤੁਸੀਂ ਉਸ ਨੂੰ ਖੁਦ ਕਿੰਨਾ ਹੰਢਾ ਕੇ ਵੇਖਿਆ, ਕਿੰਨਾ ਜੀ ਕੇ ਵੇਖਿਆ, ਉਹਦੀ ਪ੍ਰੈਕਟਿਸ ਤੁਹਾਡੀ ਖੁਦ ਦੀ ਕਿੰਨੀ ਹੈ ਉਹਦੇ ਉੱਤੇ। ਉਹ ਜਿਹੜੀ ਖੁਦ ਦੀ ਪ੍ਰੈਕਟਿਸ ਹੈ, ਉਸੇ ਨੂੰ ਸਤਿਗੁਰੂ ਨੇ ਬਾਣੀ ਦੇ ਵਿੱਚ ਮਸ਼ੱਕਤ ਕਿਹਾ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਮਸ਼ੱਕਤ ਕਾਲ ਦਾ ਮਤਲਬ ਆਪਣੇ ਆਪ ਨੂੰ ਉਸ ਚੀਜ਼ ਨੂੰ ਜੀਣ ਵਾਸਤੇ ਤਿਆਰ ਕਰ ਲੈਣਾ, ਆਪਣਾ ਖੁਦ ਦਾ ਅਭਿਆਸ ਇੰਨਾ ਕਰ ਲੈਣਾ ਉਸ ਚੀਜ਼ ਵਾਸਤੇ। ਅਸੀਂ ਮਹਾਨ ਲੋਕਾਂ ਦੀਆਂ ਮਹਾਨ ਘਟਨਾਵਾਂ ਨੂੰ ਜਦੋਂ ਪੜ੍ਹਦੇ ਹਾਂ, ਬੜੇ ਪ੍ਰਭਾਵਿਤ ਹੁੰਦੇ ਹਾਂ। ਕਿਸੇ ਦਾ ਵੀ ਤੁਸੀਂ ਜੀਵਨ ਲੈ ਲਓ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਜੀਵਨ ਲੈ ਲਓ, ਭਗਤ ਕਬੀਰ ਜੀ ਦਾ ਜੀਵਨ ਲੈ ਲਓ, ਬਾਬਾ ਫਰੀਦ ਜੀ ਦਾ ਜੀਵਨ ਲੈ ਲਓ। ਉਹਨਾਂ ਦੀਆਂ ਕੁਝ ਸਾਖੀਆਂ ਆਪਾਂ ਵੇਖਦੇ ਵੀ ਆਹ ਸਾਖੀ ਪੜ੍ਹਦੇ ਹਾਂ ਵੀ ਇਹਦੇ ਚਾਹ ਹੋਇਆ, ਇਹਦੇ ਚਾਹ ਹੋਇਆ, ਅਤੇ ਉਹਨਾਂ 'ਚ ਉਹਨਾਂ ਦਾ ਜਿਹੜਾ ਕਰੈਕਟਰ, ਜਿਹੜੀ ਇਮੇਜ, ਜਿਹੜੀ ਤਸਵੀਰ ਉਹਨਾਂ ਦੇ ਜੀਵਨ ਦੀ ਉੱਭਰ ਕੇ ਸਾਹਮਣੇ ਆਉਂਦੀ, ਆਪਾਂ ਨੂੰ ਕਿੰਨਾ ਪ੍ਰਭਾਵਿਤ ਕਰਦੀ ਹੈ। ਸਤਿਕਾਰ ਨਾਲ ਸਾਡੇ ਸਿਰ ਝੁਕ ਜਾਂਦੇ। ਪਰ ਉਹ ਜਿਹੜੀ ਸਾਖੀ, ਉਹ ਘਟਨਾ ਹੈ। ਉਹ ਕੀ ਹੈ? ਉਹ ਤਾਂ ਇੱਕ ਘਟਨਾ ਹੈ, ਇੱਕ ਪ੍ਰੋਪਰ ਇੱਕ ਜਗ੍ਹਾ ਦੇ ਉੱਤੇ ਖਾਸ ਵਿਧੀ ਨਾਲ ਵਾਪਰੀ ਹੋਈ ਘਟਨਾ। ਉਸ ਘਟਨਾ ਦੇ ਵਿੱਚ ਜਿਹੜਾ ਉਹਨਾਂ ਦਾ ਕਰੈਕਟਰ ਉੱਭਰਿਆ, ਉਹ ਕਰੈਕਟਰ ਨੇ ਸਾਨੂੰ ਪ੍ਰਭਾਵਿਤ ਕੀਤਾ। ਪਰ ਜ਼ਰਾ ਸੋਚੋ, ਇਹ ਕੇਵਲ ਇੱਕ ਘਟਨਾ ਦੇ ਵਿੱਚ ਇੱਕੇ ਦਮ ਅੱਖ ਦੇ ਫੋਰ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਉਹਨਾਂ ਦੇ ਜੀਵਨ 'ਚੋਂ ਨਹੀਂ ਸੀ ਵਾਪਰ ਗਈ। ਉਹਨਾਂ ਨੇ ਜੀਵਿਆ ਸੀ ਇਹਨੂੰ। ਉਹਨਾਂ ਦਾ ਸਾਰਾ ਜੀਵਨ ਹੀ ਇੱਕ ਸਾਖੀ ਹੈ। ਉਹਨਾਂ ਦਾ ਜੀਵਨ ਦਾ ਹਰ ਪਹਿਲੂ ਹੀ ਇਸ ਤਰ੍ਹਾਂ ਦਾ। ਇਹ ਨਹੀਂ ਵੀ ਉੱਥੇ ਹੀ ਉਹਨਾਂ ਨੇ ਇਸ ਤਰ੍ਹਾਂ ਸਬਰ ਵਿਖਾਇਆ, ਨਹੀਂ, ਵੈਸੇ ਹੀ ਸਬਰ ਵਾਲੇ ਸਨ। ਉੱਥੇ ਉਹਨਾਂ ਨੇ ਨਿਮਰਤਾ ਵਿਖਾਈ, ਕੋਈ ਆਰਟੀਫਿਸ਼ੀਅਲ ਨਿਮਰਤਾ ਵਿਖਾਵੇ ਵਾਲੀ ਨਹੀਂ ਸੀ। ਉਹਨਾਂ ਦੇ ਜੀਵਨ 'ਚ ਹੈ ਹੀ ਨਿਮਰਤਾ ਸੀ। ਜਦੋਂ ਕਿਤੇ ਉਹ ਘਟਨਾ, ਇਹੋ ਜਿਹਾ ਮਾਹੌਲ ਬਣਿਆ, ਉੱਥੇ ਵੀ ਉਹਨਾਂ ਨਿਮਰਤਾ ਦਾ ਇਜ਼ਹਾਰ ਹੀ ਕੀਤਾ। ਤਾਂ ਸਤਿਗੁਰੂ ਮਹਾਰਾਜ ਨੇ ਇਸ ਕਰਕੇ ਕਿਹਾ, ਇਹ ਸਚਾਵਾਂ ਸਾਜ ਸਾਡੇ ਜੀਵਨ ਦੀ ਬਣਤਰ ਵਿੱਚ ਫਿਰ ਸੱਚ ਵਸ ਜਾਂਦਾ ਹੈ। ਸਾਡੇ ਅਭਿਆਸ ਦਾ ਟੀਚਾ ਇਹ ਹੋਣਾ ਚਾਹੀਦਾ। ਤੁਸੀਂ ਅੰਮ੍ਰਿਤ ਵੇਲੇ ਜਾਗਦੇ ਹੋ, ਬਾਣੀ ਪੜ੍ਹਦੇ ਹੋ, ਨਮਾਜ਼ ਪੜ੍ਹਦੇ ਹੋ, ਤੁਸੀਂ ਅੱਲਾ ਨੂੰ ਯਾਦ ਕਰਦੇ ਹੋ, ਤੁਸੀਂ ਖੁਦਾ ਨੂੰ ਚੇਤੇ ਕਰਦੇ ਹੋ। ਕੋਈ ਵੀ ਐਸਾ ਅਭਿਆਸ ਅਸੀਂ ਕਰਦੇ ਹਾਂ, ਅਤੇ ਸਾਡਾ ਟੀਚਾ ਹੋਵੇ ਵੀ ਮੈਂ ਆਪਣੇ ਜੀਵਨ ਦੀ ਘਾੜਤ ਕਿਹੋ ਜਿਹੀ ਘੜਨੀ ਚਾਹੁੰਦਾ। ਤਾਂ ਗੁਰੂ ਅਰਜਨ ਸਾਹਿਬ ਇਹਦੀ ਵਿਆਖਿਆ ਕਰਦੇ ਹਾਂ, ਅਗਲੇ ਸ਼ਲੋਕ 'ਚ ਫਰਮਾ ਰਹੇ ਨੇ, ਜਿਸ ਦਾ ਹੁਣੇ ਆਪ ਜੀ ਨੇ ਪਾਠ ਸੁਣਿਆ। ਮਹੱਲਾ ਪੰਜਵਾਂ, ਫਰੀਦਾ ਦੁੱਖ ਸੁੱਖ ਇੱਕ ਕਰ। ਵੀ ਇਸ ਅਭਿਆਸ ਨਾਲ ਤੁਹਾਡੇ ਜੀਵਨ ਵਿੱਚ ਕਿਹੋ ਜਿਹਾ ਵਰਤਾਰਾ ਵਰਤਣਾ ਚਾਹੀਦਾ। ਕਿਉਂਕਿ ਫਰੀਦ ਸਾਹਿਬ ਦੇ ਸ਼ਲੋਕ ਦੀ ਵਿਆਖਿਆ 'ਚ ਇਸ ਕਰਕੇ ਨਾਮ ਫਰੀਦ ਸਾਹਿਬ ਦਾ ਵਰਤਿਆ। ਸ਼ਲੋਕ ਲਿਖਿਆ ਗੁਰੂ ਅਰਜਨ ਸਾਹਿਬ ਨੇ, ਅਤੇ ਨਾਮ ਫਰੀਦ ਸਾਹਿਬ ਦਾ ਲਿਖਿਆ ਨਾਲ, ਕਿਉਂਕਿ ਉਹਨਾਂ ਦੇ ਸ਼ਲੋਕ ਦੀ ਵਿਆਖਿਆ 'ਚ ਸ਼ਲੋਕ ਲਿਖਿਆ। ਆਖਦੇ ਨੇ, ਤੇਰੇ ਅਭਿਆਸ ਵਿੱਚੋਂ ਕਿਹੋ ਜਿਹਾ ਕਰੈਕਟਰ ਡਿਵੈਲਪ ਹੋਵੇ, ਕਿਹੋ ਜਿਹਾ ਜੀਵਨ ਘਾੜਤ ਘੜੀ ਜਾਏ, ਕਿਵੇਂ ਸਚਾਵਾਂ ਸਾਜ ਬਣੇ। ਦੁੱਖ ਸੁੱਖ ਇੱਕ ਕਰ। ਦੁੱਖ ਨੂੰ ਤੇ ਸੁੱਖ ਨੂੰ ਸਮਾਨ ਸਮਝ। ਹੁਣ ਇਸ ਤੁਕ ਨੂੰ ਥੋੜ੍ਹਾ ਜਿਹਾ ਆਪਾਂ ਸੰਖੇਪ ਵਿੱਚ ਸਮਝਣਾ। ਵੈਸੇ ਤੇ ਨੌਵੇਂ ਪਾਤਸ਼ਾਹ ਦੀ ਬਾਣੀ ਦੀ ਇਹ ਵਿਚਾਰ ਕਰਦੇ ਹਾਂ ਆਪਾਂ, ਉੱਥੇ ਸ਼ਬਦ ਸਤਿਗੁਰਾਂ ਦਾ ਸਮਝਿਆ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਕੈ। ਉਹ ਸਾਰਾ ਸ਼ਬਦ ਦੁੱਖ ਨੂੰ ਤੇ ਸੁੱਖ ਨੂੰ ਇੱਕ ਸਮਾਨ ਕਿਵੇਂ ਸਮਝਿਆ ਜਾਣਾ ਚਾਹੀਦਾ। ਇਹਦੇ ਦੋ ਪਹਿਲੂ ਹਨ। ਇੱਕ ਤਾਂ ਇਹ ਸਮਝਣਾ ਵੀ ਜੇ ਸੁੱਖ ਹੈ, ਸੰਸਾਰ ਦੀ ਹਰ ਚੀਜ਼ ਜਿਹੜੀ ਹੈ ਉਹ ਦੁੱਖ ਵਿੱਚ ਕਨਵਰਟ ਜ਼ਰੂਰ ਹੁੰਦੀ ਹੈ। ਅੱਜ ਕੋਈ ਚੀਜ਼ ਮਿਲੀ ਹੈ, ਚਾਹ ਹੈ, ਪਰ ਜ਼ੇਨ ਵਿੱਚ ਇਹ ਗੱਲ ਵੀ ਹੋਵੇ ਵੀ ਇਹ ਚੀਜ਼ ਸਦਾ ਇਸ ਤਰ੍ਹਾਂ ਰਹਿਣੀ ਨਹੀਂ। ਇਹ ਚੀਜ਼ ਦਾ ਸਾਥ ਸਦਾ ਲਈ ਮਾਣਿਆ ਨਹੀਂ ਜਾ ਸਕਦਾ। ਇਹਦੀ ਇੱਕ ਲਿਮਟ ਹੈ, ਇੱਕ ਹੱਦ ਹੈ, ਇੱਕ ਟਾਈਮ ਪੀਰੀਅਡ ਹੈ, ਇੱਕ ਸਮਾਂ ਸੀਮਾ ਤੈਅ ਹੈ।
ਉਹ ਚੀਜ਼ ਹੋ ਸਕਦਾ ਕੱਲ੍ਹ ਨੂੰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਵੀ ਬਣ ਜਾਏ, ਪਰੇਸ਼ਾਨੀ ਦਾ ਕਾਰਨ ਵੀ ਬਣ ਜਾਏ। ਮੈਂ ਕਈ ਵਾਰ ਸੋਚਦਾ, ਸਾਨੂੰ ਕੋਈ ਵੀ ਚੀਜ਼ ਮਿਲਦੀ ਹੈ ਨਾ ਜੀਵਨ 'ਚ, ਆਪਾਂ ਕਿੰਨਾ ਚਾਅ ਕਰਦੇ ਹਾਂ, ਪਹਿਲਾਂ ਕਿੰਨਾ ਸਟਰਗਲ ਕਰਕੇ ਉਹਨੂੰ ਹਾਸਲ ਕਰੀਦਾ, ਫਿਰ ਜ਼ਿੰਦਗੀ ਦਾ ਕਿੰਨਾ ਸਮਾਂ ਉਸ ਨੂੰ ਸਵਾਰਨ 'ਤੇ, ਬਣਾਈ ਰੱਖਣ 'ਤੇ, ਉਹਦਾ ਸਾਥ ਮਾਨਣ ਲਈ, ਉਹ ਚੀਜ਼ 'ਚੋਂ ਲਾਭ ਲੈਣ ਲਈ ਕਿੰਨਾ ਸਮਾਂ ਵਕਤ ਜ਼ਿੰਦਗੀ ਦਾ ਉਹਦੇ 'ਤੇ ਲੱਗਦਾ। ਉਹ ਐਵੇਂ ਥੋੜ੍ਹਾ ਆ ਜਾਂਦੀ ਹੈ ਸਾਨੂੰ ਲੱਗਦਾ ਵੀ ਚਲੋ ਉਹਨੇ ਸਾਡੀ ਜ਼ਿੰਦਗੀ ਦੇ ਕਿੰਨੇ ਪਲ ਖਾ ਲੈਣੇ ਨੇ, ਸਾਡੀ ਜ਼ਿੰਦਗੀ ਦਾ ਕਿੰਨਾ ਹਿੱਸਾ ਉਹਦੇ 'ਤੇ ਲੱਗ ਜਾਣਾ ਹੈ। ਪਹਿਲਾਂ ਉਸ ਨੂੰ ਪ੍ਰਾਪਤ ਕਰਨ ਲਈ, ਹਾਸਲ ਕਰਨ ਲਈ ਸਟਰਗਲ ਕੀਤਾ ਹੈ, ਸੰਘਰਸ਼ ਕੀਤਾ ਹੈ, ਮਿਹਨਤ ਕੀਤੀ ਹੈ, ਫਿਰ ਉਹਦੀ ਸੰਭਾਲ ਉੱਤੇ ਮਿਹਨਤ ਲੱਗਣੀ। ਤੁਸੀਂ ਕਾਊਂਟ ਕਰਕੇ ਵੇਖੋ ਵੀ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਜਿਹੜੀ ਮੈਂ ਹਾਸਲ ਕੀਤੀ ਹੈ, ਉਹਨੂੰ ਹਾਸਲ ਕਰਨ ਲਈ ਮੇਰੀ ਜ਼ਿੰਦਗੀ ਦਾ ਕਿੰਨਾ ਵਕਤ ਲੱਗਾ ਹੈ, ਕਿੰਨੀ ਐਨਰਜੀ ਲੱਗੀ ਹੈ, ਫਿਰ ਉਹਨੂੰ ਸਾਂਭਣ ਵਾਸਤੇ ਕਿੰਨੀ ਲੱਗੀ ਹੈ, ਕਿੰਨਾ ਕੁਝ ਗਵਾਉਣਾ ਪਿਆ ਬੰਦੇ ਨੂੰ ਉਹਦੇ ਬਦਲੇ। ਐਵੇਂ ਨਹੀਂ ਹੋ ਗਿਆ। ਫਿਰ ਉਹ ਚੀਜ਼ ਕਿਸੇ ਵੇਲੇ ਪਰੇਸ਼ਾਨੀ ਦਾ ਬਾਇਸ ਸਬੱਬ ਬਣ ਸਕਦੀ ਹੈ। ਐਸਾ ਵੀ ਵਾਪਰਦਾ ਕਿ ਸੁੱਖ ਵਿੱਚੋਂ ਦੁੱਖ ਨਿਕਲਦਾ ਅਤੇ ਦੁੱਖ ਵਿੱਚੋਂ ਫਿਰ ਸੁੱਖ ਨਿਕਲਦਾ। ਦੋਵੇਂ ਕੰਟੀਨਿਊ ਲਗਾਤਾਰ ਇੱਕ ਦੂਜੇ ਨੇ ਪੈਰਾਲਲ ਚੱਲਦੇ ਰਹਿੰਦੇ। ਇੱਕ ਤਾਂ ਇਹ ਪਹਿਲੂ ਹੈ। ਦੂਜਾ ਪਹਿਲੂ, ਦੂਜਾ ਪੱਖ ਇਸ ਦਾ ਇਹ ਹੈ ਕਿ ਜੇ ਸੁੱਖ ਹੈ ਤਦੋਂ ਵੀ ਉਸ ਨੂੰ ਅਰਾਧ ਅਤੇ ਸਮਝ ਪਈ ਉਹਦੀ ਰਜ਼ਾ, ਉਹਦੀ ਬਖਸ਼ਿਸ਼ ਹੈ, ਅਤੇ ਜੇ ਦੁੱਖ ਹੈ ਤੇ ਤਦੋਂ ਵੀ ਉਹਦਾ ਚੇਤਾ ਨਾ ਭੁਲਾ, ਉਲਾਂਭਿਆਂ ਅਤੇ ਸ਼ਿਕਵਿਆਂ ਵਿੱਚ ਨਾ ਜੀ। ਇਹ ਵੀ ਪਾਰਟ ਆਫ ਲਾਈਫ, ਪਾਰਟ ਆਫ ਨੇਚਰ, ਹਿੱਸਾ ਹੈ, ਇਹ ਹੋਏਗਾ। ਅਸੀਂ ਇਹ ਮਿੱਥ ਕੇ ਚੱਲਦੇ ਹਾਂ ਵੀ ਸੁੱਖ ਲੈਣਾ ਮੇਰਾ ਅਧਿਕਾਰ ਹੈ ਅਤੇ ਦੁੱਖ ਜੇ ਦਿੰਦਾ ਮੈਨੂੰ, ਆਉਂਦਾ ਹੈ ਜੀਵਨ 'ਚ, ਫਿਰ ਰੱਬ ਮਾੜਾ ਹੈ, ਇਹ ਮਾੜਾ ਕਰਦਾ, ਵੈਰ ਕਮਾਉਂਦਾ ਮੇਰੇ ਨਾਲ। ਅਸੀਂ ਉੱਥੇ ਜਾ ਕੇ ਉਸ ਚੀਜ਼ ਨੂੰ ਨਕਾਰਦੇ ਹਾਂ, ਕ੍ਰਿਟੀਸਾਈਜ਼ ਕਰਦੇ ਹਾਂ, ਉਸ ਚੀਜ਼ ਤੋਂ ਮੁਨਕਰ ਹੁੰਦੇ ਵੀ ਇਹ ਨਹੀਂ ਚਾਹੀਦੀ ਚੀਜ਼, ਇਕੱਲਾ ਇਹੋ ਜੋ ਮੈਨੂੰ ਸਹੀ ਲੱਗਦਾ ਉਹ ਮੈਨੂੰ ਚਾਹੀਦਾ। ਇੱਕ ਹੋਰ ਵੀ ਗੱਲ ਸਮਝਣ ਵਾਲੀ ਹੈ, ਇੱਕ ਬੰਦੇ ਦਾ ਸੁੱਖ ਦੂਜੇ ਲਈ ਦੁੱਖ ਵੀ ਹੋ ਸਕਦਾ। ਮੰਨ ਲਓ, ਮੈਂ ਕਈ ਵਾਰ ਇੱਥੇ ਉਦਾਹਰਣ ਦਿੱਤੀ ਹੈ, ਕੋਈ ਬੱਚਾ ਮੈਡੀਕਲ ਲਾਈਨ ਵਿੱਚ ਜਾ ਕੇ ਪੜ੍ਹਾਈ ਕਰਦਾ, ਅਸੀਂ ਉਹਨੂੰ ਮੈਡੀਕਲ ਲਾਈਨ 'ਚ ਕਿਉਂ ਪਾਇਆ? ਮੰਨ ਲਓ ਮੈਂ ਮੈਡੀਕਲ ਲਾਈਨ ਚੁਣਦਾ ਅਤੇ ਮੈਂ ਕਿਉਂ ਚੁਣਨਾ ਚਾਹੁੰਦਾ? ਮੈਨੂੰ ਲੱਗਦਾ ਫੀਲਡ ਵਧੀਆ, ਇਹ 'ਚ ਕਮਾਈ ਚੰਗੀ ਹੈ, ਮੈਨੂੰ ਜ਼ਿੰਦਗੀ ਦੇ ਵਿੱਚ ਇਹ ਵਧੀਆ ਲੱਗਦਾ, ਮੈਂ ਇਹ ਕਰ ਸਕਦਾ ਅਤੇ ਮੈਂ ਕਰ ਰਿਹਾ। 100 ਦੇ ਵਿੱਚੋਂ ਕਿੰਨੇ % ਨੇ ਜਿਨ੍ਹਾਂ ਦੀ ਸੁਰਤ ਵਿੱਚ ਇਹ ਗੱਲ ਹੁੰਦੀ ਹੈ ਵੀ ਮੈਂ ਤਾਂ ਸੇਵਾ ਕਰਨ ਚੱਲਿਆ? ਨਹੀਂ, ਬੰਦਾ ਆਪਣੀ ਜ਼ਿੰਦਗੀ ਦਾ ਸਟੈਂਡਰਡ ਸੈੱਟ ਕਰਨ ਵਾਸਤੇ ਇਹ ਲਾਈਨ ਚੁਣਦਾ। ਆਪਾਂ ਇਹਨੂੰ ਕਹਿੰਦੇ ਸੇਵਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਸਾਡੇ ਜੀਵਨ 'ਚ ਬਹੁਤਾ ਪੱਖ ਭਾਰੂ ਕੀ ਹੁੰਦਾ? ਫਿਰ ਅੱਗੇ ਚੱਲੋ, ਉਹ ਬੱਚਾ ਜਿਸ ਵੇਲੇ ਡਾਕਟਰ ਬਣਦਾ ਹੈ ਅਤੇ ਹੁਣ ਕਦੇ ਕਿਸੇ ਮਾਂ ਨੇ, ਬਾਪ ਨੇ ਘਰ 'ਚ ਕਿਹਾ ਵੀ ਤੂੰ ਕਲਹਿਣਾ ਹੈ, ਵੀ ਤੂੰ ਚਾਹੁੰਦਾ ਵੀ ਦੁਨੀਆ ਬਿਮਾਰ ਹੋਵੇ, ਤੈਨੂੰ ਡਾਕਟਰੀ ਸਿੱਖਣ ਦੀ ਕੀ ਲੋੜ ਹੈ? ਤੂੰ ਤਾਂ ਸਗੋਂ ਅਰਦਾਸ ਹੀ ਕਰਿਆ ਕਰ ਵੀ ਵਾਹਿਗੁਰੂ ਕੋਈ ਦੁਨੀਆ 'ਚ ਬਿਮਾਰ ਨਾ ਹੋਵੇ। ਬਜਾਏ ਇਹਦੇ ਵੀ ਤੂੰ ਡਾਕਟਰ ਬਣੇ, ਤੂੰ ਸਿੱਧਾ ਅਰਦਾਸ ਕਰਿਆ ਕਰ ਵੀ ਵਾਹਿਗੁਰੂ ਕੋਈ ਦੁਨੀਆ 'ਚ ਬਿਮਾਰ ਨਾ ਹੋਏ ਤੇ ਮੈਨੂੰ ਡਾਕਟਰ ਬਣਨ ਦੀ ਲੋੜ ਹੀ ਨਾ ਪਵੇ। ਪਰ ਇਸ ਤਰ੍ਹਾਂ ਕੋਈ ਨਹੀਂ ਕਹਿੰਦਾ। ਅਸੀਂ ਇਹ ਕਹਿੰਦੇ ਵੀ ਹਾਂ ਵੀ ਵਾਹਿਗੁਰੂ ਸਾਰਿਆਂ ਦਾ ਭਲਾ ਹੋਵੇ, ਤੰਦਰੁਸਤੀ ਮਿਲੇ, ਸਾਰੇ ਤੰਦਰੁਸਤ ਅਰੋਗ ਰਹਿਣ, ਪਰ ਸਾਨੂੰ ਪਤਾ ਹੈ ਵੀ ਬਿਮਾਰ ਹੋਣਾ ਸਰੀਰ ਦਾ ਤੈਅ ਹੈ, ਰੋਗ ਲੱਗਣੇ ਤੈਅ ਹਨ, ਇਹ ਸਰੀਰ ਦਾ ਹਿੱਸਾ ਹਨ, ਇਹ ਤੋਂ ਭੱਜਿਆ ਮੁਨਕਰ ਹੋਇਆ ਨਹੀਂ ਜਾ ਸਕਦਾ। ਇਸ ਕਰਕੇ ਹੁਣ ਤੁਸੀਂ ਵੇਖੋ, ਬੱਚਾ ਜਿਸ ਵੇਲੇ ਡਾਕਟਰੀ ਲਾਈਨ 'ਚ ਆਉਂਦਾ ਹੈ ਅਤੇ ਕਾਰੋਬਾਰ ਵੀ ਹੈ, ਅਸੀਂ ਉਹਦੇ ਲਈ ਅਰਦਾਸ ਕਰਦੇ ਹਾਂ ਵੀ ਵਾਹਿਗੁਰੂ ਇਹਨੂੰ ਤਰੱਕੀਆਂ ਬਖਸ਼ਿਓ। ਹੁਣ ਉਹਦੀ ਤਰੱਕੀ ਤਾਂ ਤਾਂ ਹੀ ਹੋ ਸਕਦੀ ਨੇ ਜਿੰਨੇ ਮਰੀਜ਼ ਵਧਣਗੇ, ਇਕੱਲੇ ਦੀ ਬੈਠੇ ਦੀ ਤਰੱਕੀ ਤਾਂ ਨਹੀਂ ਹੋਏਗੀ। ਉਹਦਾ ਹੁਨਰ ਜਿੰਨਾ ਕੰਮ ਆਏਗਾ ਉਹਦੀ ਤਰੱਕੀ ਹੋਏਗੀ। ਦੂਜੇ ਪਾਸੇ ਆਮ ਸਧਾਰਨ ਬੰਦਾ ਅਰਦਾਸ ਕਰਾਉਣ ਆਉਂਦਾ ਵੀ ਵਾਹਿਗੁਰੂ ਮੈਨੂੰ ਤੰਦਰੁਸਤੀ ਬਖਸ਼ੋ, ਉਹਦੀ ਵੀ ਅਰਦਾਸ ਹੁੰਦੀ ਹੈ ਵੀ ਵਾਹਿਗੁਰੂ ਇਹਨੂੰ ਦੇਹ ਰੋਗਤਾ ਅਤੇ ਤੰਦਰੁਸਤੀ ਬਖਸ਼ੋ।
ਜੇ ਸਾਰੀ ਦੁਨੀਆ ਤੰਦਰੁਸਤ ਹੋ ਗਈ ਤੇ ਡਾਕਟਰ ਦਾ ਕੀ ਬਣੇਗਾ, ਜਿਹਦੀ ਪਹਿਲੋਂ ਅਰਦਾਸ ਕੀਤੀ ਹੈ ਵੀ ਮਹਾਰਾਜ ਇਹਨੂੰ ਇਹਦੇ ਕਾਰੋਬਾਰਾਂ ਹੀ ਤਰੱਕੀ ਬਖਸ਼ੋ। ਇਹ ਪੱਖ ਹੈ। ਬੰਦੇ ਦੀ ਵਿਲ ਪਾਵਰ ਬਣੀ ਰਹੇ, ਉਹਨੇ ਇਕੱਲੇ ਦਾਰੂ ਨਾਲ ਦਵਾਈ ਨਾਲ ਠੀਕ ਨਹੀਂ ਹੋਣਾ, ਉਹਨੇ ਆਪਣੀ ਪਾਵਰ ਨਾਲ ਵੀ ਹੋਣਾ। ਉਹ ਦੁੱਖ ਨਾਲ ਲੜ ਸਕੇ, ਉਹ ਮੁਸੀਬਤ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਸਟਰੋਂਗ ਰੱਖੇ, ਆਤਮਿਕ ਮਾਨਸਿਕ ਤੌਰ 'ਤੇ। ਅਰਦਾਸ ਇਸ ਵਾਸਤੇ। ਤੇ ਦੂਜਾ ਪਹਿਲੂ ਕੀ ਹੈ ਵੀ ਜਿਸ ਲਈ ਇਹ ਅਰਦਾਸ ਕੀਤੀ ਜਾ ਰਹੀ ਉਹਨੂੰ ਇਹ ਵੀ ਦੱਸਿਆ ਜਾ ਰਿਹਾ ਨਾਲ ਵੀ ਧਰਮ ਦੀ ਕਿਰਤ ਕਰਨ ਦਾ ਵੀ ਵਾਹਿਗੁਰੂ ਬਲ ਬਖਸ਼ੇ, ਵੀ ਤੇਰਾ ਕਰਮ ਹੈ, ਤੇਰਾ ਪੇਸ਼ਾ ਹੈ, ਤੂੰ ਹੁਨਰ ਤੇ ਇਹ ਸਿੱਖਣ ਤੇ ਸਮਾਂ ਲਾਇਆ ਹੈ, ਤੂੰ ਇਹ ਕੰਮ ਕਰਦਾ ਹੈ, ਪਰ ਇਸ ਕੰਮ ਵਿੱਚੋਂ ਤੂੰ ਇੰਨੀ ਸ਼ਿੱਦਤ ਇਮਾਨਦਾਰੀ ਨਾਲ ਕਰੇ ਕਿ ਤੇਰੇ ਹੱਥੋਂ ਲੋਕ ਸ਼ਫਾ ਪਾਉਣ, ਤੰਦਰੁਸਤੀ ਪਾਉਣ, ਤੂੰ ਉਹਨਾਂ ਦੇ ਰੋਗ ਖੰਡ ਸਕੇ। ਦੋਵੇਂ ਪਹਿਲੂ ਬਰਾਬਰ ਚੱਲਣਗੇ ਨਾ। ਪਰ ਹੁਣ ਤੁਸੀਂ ਵੇਖੋ, ਇੱਕ ਦਾ ਦੁੱਖ ਜਿਹੜਾ ਉਹ ਦੂਜੇ ਦੀ ਪ੍ਰਸੰਨਤਾ ਵੀ ਤਾਂ ਬਣਦਾ ਹੈ ਨਾ। ਉਸ ਡਾਕਟਰ ਦੀ ਸਾਰੀ ਜ਼ਿੰਦਗੀ ਦੀ ਕਮਾਈ, ਘਾਲਣਾ, ਪ੍ਰੋਪਰਟੀ, ਸਟੇਟਸ ਕਾਹਦੇ ਆਸਰੇ ਤੇ ਬਣਿਆ? ਬਿਮਾਰੀ ਦੇ ਆਸਰੇ। ਦੁਨੀਆ ਬਿਮਾਰ ਹੋਈ ਤੇ ਉਹਨੂੰ ਸਾਰਾ ਕੁਝ ਇਹ ਪ੍ਰਾਪਤ ਹੋਇਆ। ਤੇ ਸਾਰੀ ਕੁਦਰਤ ਚੱਲਦੀ ਐਵੇਂ। ਇਹ ਇਕੱਲੇ ਡਾਕਟਰ ਦੀ ਤਾਂ ਮੈਂ ਇੱਕ ਉਦਾਹਰਨ ਦਿੱਤੀ, ਸਾਰੀ ਕੁਦਰਤ ਹੀ ਐਵੇਂ ਚੱਲਦੀ, ਸਾਰਾ ਸੰਸਾਰ ਹੀ ਐਵੇਂ ਚੱਲਦਾ। ਇੱਕ ਦੀ ਖੁਸ਼ੀ 'ਚੋਂ ਦੂਜੇ ਦਾ ਗਮ ਹੈ, ਦੂਜੇ ਦੇ ਗਮ 'ਚੋਂ ਤੀਜੇ ਦੀ ਖੁਸ਼ੀ ਨਿਕਲਦੀ ਹੈ। ਇਸ ਤਰ੍ਹਾਂ ਵੀ ਸੰਸਾਰ ਦਾ ਚੱਕਰ ਚੱਲ ਰਿਹਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਜਦੋਂ ਇਹ ਕਹਿੰਦੇ ਨੇ ਦੁੱਖ ਸੁੱਖ ਇੱਕ ਕਰ, ਇਹਨੂੰ ਸਮਾਨ ਸਮਝ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਇਹਦੀ ਨੌਵੇਂ ਪਾਤਸ਼ਾਹ ਨੇ ਜੋ ਵਿਆਖਿਆ ਕੀਤੀ, ਦੁੱਖ ਹੈ, ਦੁੱਖ ਆਏਗਾ, ਦੁੱਖ ਦਾ ਵਕਤ ਹੈ, ਪਰ ਇਹ ਸਮਝਣਾ ਵੀ ਇਹ ਵੀ ਉਹਦੀ ਰਜ਼ਾ ਹੈ। ਉਹਦੇ ਵਿੱਚੋਂ ਫਿਰ ਤੁਹਾਡੀ ਸੁਰਤ ਤਕੜੀ ਹੋ ਜਾਏ। ਸੁਖ ਸਨੇਹ ਅਰ ਭੈ ਨਹੀਂ ਜਾਗੇ। ਸੁਖ ਹੈ, ਖੁਸ਼ੀ ਹੈ, ਤੇ ਉਹਦਾ ਸ਼ੁਕਰ ਕਰਨਾ ਵੀ ਇਹ ਵੀ ਤੇਰੀ ਦਾਤ ਹੈ। ਦੁੱਖ ਦੇ ਵਕਤ ਵਿੱਚ ਢਹਿੰਦੀ ਕਲਾ ਦਾ ਰੋਗ ਨਹੀਂ ਲੱਗਣ ਦੇਣਾ ਨਾਲ, ਤੇ ਸੁੱਖ ਦੇ ਵਿੱਚ ਹਉਮੈ ਦੀ ਬਿਮਾਰੀ ਨਹੀਂ ਛੇੜ ਲੈਣੀ। ਇਹਨਾਂ ਦੋ ਚੀਜ਼ਾਂ ਦੀ ਬੜੀ ਪਿੱਛੇ ਆਪਾਂ ਵਿਆਖਿਆ ਪੜ੍ਹੀ ਸੀ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਵਸੀ ਦੋਜਕ ਸੰਦੀਪਾ। ਜਦੋਂ ਕੋਈ ਤੁਹਾਨੂੰ ਘਾਟਾ ਪੈਂਦਾ, ਕਿਤੇ ਕੋਈ ਔਖਾ ਸਮਾਂ ਬਣਦਾ ਹੈ, ਤੇ ਮਾਨਸਿਕ ਤੌਰ ਤੇ ਬੰਦਾ ਟੁੱਟਦਾ ਹੈ। ਤੇ ਕਈ ਵਾਰ ਉਹ ਇੰਨਾ ਟੁੱਟ ਜਾਂਦਾ ਕਿ ਹਾਲਾਤ ਸੁਖਾਵੇਂ ਵੀ ਹੋ ਜਾਣ ਤੇ ਉਹਦੇ ਕੋਲ ਉੱਠਿਆ ਨਹੀਂ ਜਾਂਦਾ। ਉਹ ਚੀਜ਼ ਉਸ ਨੂੰ ਬਿਲਕੁਲ ਦੱਬ ਕੇ ਬਹਿ ਗਈ। ਕਿਸੇ ਵੇਲੇ ਬੰਦੇ ਨੂੰ ਕੋਈ ਪ੍ਰਾਪਤੀ ਹੋ ਗਈ, ਉਹਦੀ ਈਗੋ ਇੰਨੀ ਸਿਰ ਤੇ ਚੜ੍ਹ ਜਾਂਦੀ ਹੈ, ਬੰਦੇ ਦੇ ਉਹ ਚੀਜ਼ ਨਾ ਵੀ ਰਵੇ, ਬੰਦੇ ਦੀ ਆਕੜ ਨਹੀਂ ਜਾਂਦੀ। ਜਿਹਨੂੰ ਆਪਾਂ ਕਹਿੰਦੇ ਨਾ ਆਪਣੀ ਬੋਲੀ ਦੇ ਵਿੱਚ ਵੀ ਰੱਸੀ ਸੜ ਗਈ ਪਰ ਵਲ ਨਹੀਂ ਗਏ, ਵੱਟ ਨਹੀਂ ਗਏ। ਚੀਜ਼ ਨਹੀਂ ਰਹੀ ਜੀਵਨ 'ਚ, ਜਿਹਦੀ ਈਗੋ ਸੀ ਉਹ ਨਹੀਂ ਰਹੀ ਚੀਜ਼। ਉਹ ਤਾਂ ਸਮਾਂ ਨਿਕਲ ਗਿਆ, ਫਿਰ ਵੀ ਉਹਦਾ ਹੰਕਾਰ ਆਪਣੇ ਜੀਵਨ 'ਚ ਅਜੇ ਪਾਲੀ ਬੈਠਾ, ਉਹਦਾ ਅਸਰ ਅੰਦਰ ਹੈ। ਜਿਵੇਂ ਦੁੱਖ ਦਾ ਅਸਰ ਰਹਿ ਜਾਂਦਾ ਨਾ, ਇਸ ਤਰ੍ਹਾਂ ਪ੍ਰਾਪਤੀ ਦਾ ਅਸਰ ਵੀ ਰਹਿ ਜਾਂਦਾ। ਸਤਿਗੁਰੂ ਆਖਦੇ ਉਹਦੇ ਅਸਰ ਤੋਂ ਮੁਕਤ ਹੋਣਾ। ਉਹਨੂੰ ਕਿਹਾ ਦੁੱਖ ਸੁੱਖ ਇੱਕ ਕਰ। ਫਿਰ ਅੱਗੇ ਆਖਿਆ ਦਿਲ ਤੇ ਲਾਹ ਵਕਾਰ, ਅੰਦਰੋਂ ਪਾਪ ਦੀ ਭਾਵਨਾ ਛੱਡ। ਕਿਸੇ ਦਾ ਬੁਰਾ ਲੋਚਣਾ, ਬੁਰਾ ਕਰਨ ਦਾ ਜਿਹੜਾ ਅੰਦਰ ਭਾਵਨਾ ਵੀ ਪੈਦਾ ਹੁੰਦੀ ਹੈ ਨਾ ਦਿਲ 'ਚ, ਤੇਰੇ ਅਭਿਆਸ ਦਾ ਕੇਂਦਰ ਬਿੰਦੂ ਇਹ ਹੋਣਾ ਚਾਹੀਦਾ ਵੀ ਦਿਲ ਦੀ ਪਾਕੀਜ਼ਗੀ, ਦਿਲ ਦੀ ਪਵਿੱਤਰਤਾ। ਇਸ ਨੂੰ ਸੂਫੀ ਫਕੀਰ ਬਹੁਤ ਸਲਾਉਂਦੇ ਰਹੇ, ਦਿਲ ਦੀ ਪਾਕੀਜ਼ਗੀ ਰੱਖਣੀ, ਆਪਣੇ ਨਫਸ ਨੂੰ ਪਵਿੱਤਰ ਕਰਨਾ, ਪਾਕ ਕਰਨਾ, ਜਿਹਨੂੰ ਆਪਾਂ ਮਨ ਦੀ ਸ਼ੁੱਧਤਾ ਕਹਿ ਦਿੰਦੇ, ਮਨ ਦੀ ਪਵਿੱਤਰਤਾ, ਮਨ ਦੀ ਮੈਲ ਲਾਉਣਾ ਕਹਿ ਦਿੰਦੇ। ਵੀ ਤੇਰੇ ਅੰਦਰ ਉਹ ਖਿਆਲਾਤ ਵੀ ਪੈਦਾ ਨਾ ਹੋਏ, ਤੇਰੇ ਅੰਦਰ ਪ੍ਰੋਡਕਸ਼ਨ ਹੀ ਨਾ ਹੋਏ ਉਸ ਚੀਜ਼ ਦੀ, ਵੀ ਉਹ ਅਭਿਆਸ ਦਾ ਹਿੱਸਾ ਬਣ ਜਾਏ। ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਮਨ ਕਰਕੇ ਸੱਚੇ ਬੰਦੇ। ਪੂਰਨ ਸੱਚ ਭਰੇ ਦਾ ਮਤਲਬ ਪਤਾ ਕੀ ਹੈ? ਪੂਰਨ ਸੱਚ ਭਰੇ ਗੁਰੂ ਅਰਜਨ ਸਾਹਿਬ ਦੀ ਪੰਕਤੀ ਹੈ, ਮੁਕੰਮਲ ਰੂਪ ਵਿੱਚ ਸੱਚ ਦਾ ਰੂਪ ਹੋ ਗਿਆ। ਕਈਆਂ ਦੇ ਸੱਚ ਦਿਮਾਗ 'ਚ ਹੁੰਦਾ ਹੈ, ਕਈਆਂ ਦੇ ਸੱਚ ਹਾਲਾਤ ਮੁਤਾਬਕ ਜ਼ਬਾਨ 'ਤੇ ਹੁੰਦਾ ਹੈ। ਇੱਕ ਹੁੰਦੇ ਨੇ ਜਿਨ੍ਹਾਂ ਦੀ ਸੁਰਤ 'ਚ ਹੀ ਸੱਚ ਹੁੰਦਾ, ਉਹਨਾਂ ਦਾ ਦਿਲ, ਦਿਮਾਗ, ਜ਼ਬਾਨ, ਕਰਮ ਸਭ ਸੱਚ ਨਾਲ ਭਰੇ ਹੋ। ਸੱਚ ਆਪਾਂ ਵੀ ਬੋਲਦੇ ਹਾਂ ਸਾਰੇ,
ਪਰ ਜਗ੍ਹਾ ਵੇਖ ਲਈਦੀ ਹੈ ਕਿ ਇੱਥੇ ਬੋਲਣ ਨਾਲ ਨੁਕਸਾਨ ਹੈ ਤੇ ਛੱਡੋ, ਇੱਥੇ ਫਾਇਦਾ ਤੇ ਬੋਲ ਦਿਓ। ਸਾਡਾ ਸੱਚ ਜਿਹੜਾ ਹੈ ਉਹ ਸਾਡੇ ਸਵਾਰਥ ਤੋਂ ਪ੍ਰਭਾਵਿਤ ਹੁੰਦਾ ਹੈ। ਸਾਡਾ ਸੱਚ ਜਿਹੜਾ ਉਹ ਸਾਡੇ ਫਾਇਦਿਆਂ ਤੋਂ ਪ੍ਰਭਾਵਿਤ ਹੁੰਦਾ ਹੈ। ਸਾਡਾ ਸੱਚ ਜਿਹੜਾ ਹੈ ਉਹ ਕਈ ਵਾਰ ਸਾਡੀ ਈਗੋ ਦਾ ਕਾਰਨ ਵੀ ਹੁੰਦਾ ਵੀ ਹਉਮੈ ਵੱਧਦੀ ਹੋਵੇ, ਤੁਹਾਡੀ ਹਉਮੈ ਭਾਵੇਂ ਬਾਕੀ ਸਾਰਾ ਕੁਝ ਚਲਿਆ ਜਾਏ, ਸੱਟਾਂ ਲੱਗ ਜਾਣ, ਕਤਲ ਹੋ ਜਾਣ ਫਿਜ਼ੀਕਲੀ ਜਾਂ ਹੋਰ ਕੋਈ ਨੁਕਸਾਨ, ਪਰ ਤੁਹਾਡੀ ਹਉਮੈ ਵੱਡੀ। ਕਈ ਵਾਰ ਬੰਦਾ ਆਪਣੀ ਹਉਮੈ ਨੂੰ ਪ੍ਰੋਟੈਕਟ ਕਰਨ ਲਈ ਵੀ ਸੱਚ ਬੋਲਦਾ। ਉੱਥੇ ਵੀ ਸੱਚ ਦੇ ਬੋਲਣ ਪਿੱਛੇ ਜਿਹੜੀ ਹੈ ਤੁਹਾਡੀ ਹਉਮੈ, ਤੁਹਾਡਾ ਗੁੱਸਾ, ਤੁਹਾਡੀ ਨਫ਼ਰਤ, ਤੁਹਾਡਾ ਕ੍ਰੋਧ, ਇਹ ਫੈਕਟਰ ਵੀ ਕੰਮ ਕਰਦਾ। ਪਰ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਨੇ ਪੂਰਨ ਸੱਚ ਭਰੇ ਪਿਆ, ਉਹ ਸੱਚ ਸਹਿਜ ਵਿੱਚ ਕਹਿੰਦੇ ਨੇ। ਉਹਨਾਂ ਦਾ ਸੱਚ ਸਹਿਜ ਵਿੱਚੋਂ ਪੈਦਾ, ਨਾ ਉਹਦੇ 'ਤੇ ਹਉਮੈ ਦੀ ਮੈਲ ਚੜ੍ਹਦੀ ਹੈ, ਨਾ ਸਵਾਰਥ ਦੀ ਮੈਲ, ਨਾ ਜਗ੍ਹਾ ਦੀ, ਨਾ ਪੱਖਪਾਤ ਦੀ। ਉਹਨਾਂ ਦਾ ਸੱਚ ਜਿਹੜਾ ਹੈ ਉਹਨਾਂ ਨੇ ਅੰਦਰ ਇੰਨਾ ਡੂੰਘਾ ਵਸਾ ਲਿਆ ਵੀ ਉਹ ਕਿਸੇ ਚੀਜ਼ ਦਾ ਮੁਹਤਾਜ ਨਹੀਂ, ਉਹ ਪਵਿੱਤਰ। ਜੀਉ ਮੈਲੇ ਬਾਹਰੋਂ ਨਿਰਮਲ ਜਿਹੜੇ ਨੇ, ਉਹਨਾਂ ਦੀ ਗੱਲ ਮੈਂ ਪਹਿਲੋਂ ਕਹੀ, ਹਉਮੈ ਤੋਂ ਪ੍ਰੇਰਿਤ, ਸਵਾਰਥ ਤੋਂ ਪ੍ਰੇਰਿਤ, ਈਗੋ ਤੋਂ ਪ੍ਰੇਰਿਤ, ਨਫ਼ਰਤ ਤੋਂ ਪ੍ਰੇਰਿਤ ਸੱਚ। ਪਰ ਦੂਜਾ ਜਿਹੜਾ ਹੈ, ਜੀਉ ਨਿਰਮਲ ਬਾਹਰੋਂ ਨਿਰਮਲ, ਜੀ ਕਰਕੇ ਵੀ ਪਵਿੱਤਰ ਹਨ ਤੇ ਬਾਹਰੋਂ ਵੀ ਪਵਿੱਤਰ ਹਨ। ਉਸ ਨੂੰ ਮਹਾਰਾਜ ਕਹਿੰਦੇ ਨੇ, ਦਿਲ ਤੇ ਲਾਹ ਵਿਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਅੱਲਾਹ ਨੂੰ ਜੋ ਭਾਉਂਦਾ ਹੈ ਉਹ ਤੈਨੂੰ ਭਲਾ ਲੱਗੇ, ਯਾਨੀ ਕਿ ਉਹਦੀ ਰਜ਼ਾ ਤੈਨੂੰ ਮਿੱਠੀ ਲੱਗੇ, ਉਹਦੇ ਭਾਣੇ ਦੇ ਵਿੱਚ ਤੈਨੂੰ ਖਿੜਾਓ, ਖੁਸ਼ੀ ਪੈਦਾ ਹੋਏ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ 740 ਜਿਉਂਦੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਉਹਨਾਂ ਦੇ ਨਾਲ ਕੇਵਲ 40 ਕੁ ਬੰਦੇ ਹੀ ਫੜੇ ਗਏ ਸਨ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ। ਬਾਕੀ 700 ਬੰਦਾ ਫੌਜ ਨੇ, ਪੁਲਿਸ ਨੇ ਪਿੰਡਾਂ 'ਚ, ਸ਼ਹਿਰਾਂ 'ਚ ਰੇਡ ਕਰਕੇ, ਕੋਈ ਸਫ਼ਰ ਕਰ ਰਿਹਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਕਿਸੇ ਪਿੰਡ ਵਿੱਚ ਗਏ, ਉੱਥੇ 10 ਸਿੱਖ ਫੜ ਲਏ, ਕਿਤੋਂ 5 ਫੜ ਲਏ, ਕਿਤੋਂ 20 ਫੜ ਲਏ। ਕੋਈ ਕੰਮ ਕਰਦਾ ਹੈ, ਵਪਾਰ ਕਰਦਾ ਹੈ, ਉੱਥੋਂ ਚੁੱਕ ਲਏ, ਜਿਵੇਂ ਅਕਸਰ ਹੀ ਪੁਲਿਸ ਕਰਦੀ ਹੈ ਸਾਡੇ ਮੁਲਕ ਵਿੱਚ। ਸਮਾਂ ਬਦਲ ਗਿਆ, ਸੁਭਾਅ ਨਹੀਂ ਬਦਲਿਆ। ਮੁਗਲ ਸ਼ਾਹੀ ਨੂੰ ਅਸੀਂ ਕਹਿੰਦੇ ਹਾਂ, ਪਰ ਘੱਟ ਕੋਈ ਵੀ ਨਹੀਂ ਕਰਦਾ। ਹੁਣ ਤੁਸੀਂ ਵੇਖੋ, ਉਹਨਾਂ ਦਾ ਪਰਪਸ ਕੀ ਸੀ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਨਾ। ਉਹਨਾਂ ਦਾ ਵੀ ਆਪਣਾ ਇੱਕ ਪੋਲੀਟੀਕਲੀ ਸਟਰਕਚਰ ਹੈ ਐਡਮਿਨਿਸਟ੍ਰੇਟਰ ਦਾ। ਉਹਨਾਂ ਨੇ ਵੇਟ ਲਿਸਟ 'ਤੇ ਰੱਖੇ ਸਨ, ਇਸ ਪਿੰਡ ਵਿੱਚ ਇੰਨੇ ਕੁ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਹਿਮਤੀ ਪ੍ਰਗਟ ਕਰਦੇ ਨੇ, ਗਰਮ ਖਿਆਲੀ ਨੇ, ਵਗੈਰਾ ਵਗੈਰਾ, ਚੁਕਾ ਦਿਓ। ਚੌਧਰੀਆਂ ਨੇ ਚੁਕਾ ਤੇ ਗ੍ਰਿਫਤਾਰ ਕਰਵਾਏ। ਤੇ ਗ੍ਰਿਫਤਾਰੀ ਦੇ ਪਿੱਛੇ ਇਹ ਸੀ, ਇੱਕ ਤਾਂ ਇਹ ਸਫਾਈ ਹੋ ਜਾਏ, ਤੇ ਦੂਜਾ ਇਹ ਸੀ ਵੀ ਜੇ ਅਸੀਂ 40 ਬੰਦੇ, ਉਹ ਵੀ ਅੱਧ ਮਰੇ, ਭੁੱਖ ਦੀ, ਬੇਹੋਸ਼ੀ ਦੀ, ਜ਼ਖਮਾਂ ਦੀ ਦਸ਼ਾ ਦੇ ਵਿੱਚ ਨੇ, ਅਸੀਂ ਏਡੀ ਦੂਰ ਦਿੱਲੀ ਲੈ ਕੇ ਜਾਵਾਂਗੇ, ਲੋਕ ਆਖਣਗੇ 40 ਬੰਦੇ ਫੜਨ ਵਾਸਤੇ। ਇਸ ਹਾਲਤ 'ਚ 40 ਬੰਦੇ ਫੜ ਲਈ ਤੁਹਾਨੂੰ 8 ਮਹੀਨੇ ਲੱਗੇ। ਬੜੀ ਨਮੋਸ਼ੀ ਦੀ ਗੱਲ ਹੈ। 3 ਬਾਦਸ਼ਾਹ ਧੋ ਕੇ ਪੈ ਰਹੇ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਮਗਰ, ਬੜੀਆਂ ਵੱਡੀਆਂ ਮੁਹਿੰਮਾਂ ਤੇ ਆਪਰੇਸ਼ਨ ਚਲਾਏ ਸਨ, ਤੇ ਅਖੀਰ ਤੇ ਜਦੋਂ ਕਾਬੂ ਆਏ ਤੇ ਬੇਹੋਸ਼ੀ ਦੀ ਹਾਲਤ। 8 ਮਹੀਨੇ ਉਹਨਾਂ ਨੇ ਭੁੱਖ ਕੱਟੀ ਸੀ, ਜ਼ਖਮ ਸਹੇ ਸਨ, ਤੇ ਨਾਲ 40 ਸਿੱਖ। ਉਹਨਾਂ ਆਖਿਆ ਤਾਂ ਗਿਣਤੀ ਵੱਧ ਹੋਣੀ ਚਾਹੀਦੀ ਹੈ, ਆਪਣੀ ਪ੍ਰਾਪਤੀ ਨੂੰ ਵੱਡੀ ਕਰਕੇ ਦੱਸੋ। ਤੋ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਹੋਰ ਸਿੱਖ ਗ੍ਰਿਫਤਾਰ, ਕੁੱਲ ਗਿਣਤੀ 740। ਕੁਝ ਕਤਲ ਕੀਤੇ ਸਿੱਖਾਂ ਦੇ ਸਿਰ, ਧੜ ਗੱਡਿਆਂ 'ਚ ਲੱਦ, ਵੱਡਾ ਸਾਰਾ ਕਾਫਲਾ ਬਣਾ ਕੇ ਵੀ ਵੇਖਣ ਵਾਲਾ ਆਖੇ ਅੱਛਾ ਏਡੇ ਵੱਡੇ ਸਨ ਬਾਗੀਆਂ ਦਾ, ਏਡਾ ਵੱਡਾ ਇਕੱਠ ਸੀ, ਸਮੂਹ ਸੀ। ਦਿੱਲੀ ਨੂੰ ਚੱਲ, ਦਿੱਲੀ ਵਿੱਚ ਦੀ ਗੁਜ਼ਰ ਰਹੇ ਸਨ, ਤੇ ਕਾਫੀ ਅੰਗਰੇਜ਼ ਇਤਿਹਾਸਕਾਰ ਵੀ ਉਸ ਵੇਲੇ ਤੱਕ ਦਿੱਲੀ 'ਚ ਸਨ ਮੌਜੂਦ, ਜਿਨ੍ਹਾਂ ਅੱਖੀਂ ਵੇਖੇ ਨੇ ਹਾਲਾਤ। ਮੁਸਲਮਾਨ ਇਤਿਹਾਸਕਾਰਾਂ ਨੇ ਕਾਫੀ ਕੁਝ ਲਿਖਿਆ ਔਰ ਬੜਾ ਪ੍ਰਸ਼ੰਸਾਯੋਗ ਲਿਖਿਆ। ਉਹਨਾਂ ਵਿੱਚ ਇੱਕ ਇਰਵਿਨ ਨਾਮ ਦਾ ਇਤਿਹਾਸਕਾਰ, ਉਹ ਕਹਿੰਦਾ ਵੀ ਮੇਰੀ ਨਜ਼ਰ ਇੱਕ ਬਜ਼ੁਰਗ ਉੱਤੇ ਪਈ, ਉਹਦੇ ਸਿਰ ਤੇ ਪੱਗ ਨਹੀਂ ਸੀ, ਦਸਤਾਰ ਨਹੀਂ, ਸਿਰੋਂ ਨੰਗੇ ਸਨ, ਤੇ ਉਹਦੇ ਪੈਰਾਂ ਨੂੰ ਬੇੜੀਆਂ ਪਈਆਂ ਹੋਈਆਂ ਨੇ, ਤੇ ਹੱਥਾਂ ਨੂੰ ਹੱਥ ਕੜੀਆਂ ਨੇ, ਤੇ ਉਹ ਬਜ਼ੁਰਗ ਹੈ। ਤੇ ਮੈਂ ਕੋਲ ਜਾ ਕੇ ਗੱਲ ਤਾਂ ਨਹੀਂ ਸਾ ਕਰ ਸਕਦਾ, ਜੇ ਮੈਨੂੰ ਇਜਾਜ਼ਤ ਹੁੰਦੀ ਤੇ ਮੈਂ ਉਹਨਾਂ ਨੂੰ ਪੁੱਛਦਾ ਤੇ ਖੁੱਲ੍ਹੀ ਗੱਲਬਾਤ ਹੁੰਦੀ, ਪਰ ਇੰਨੀ ਇਜਾਜ਼ਤ ਨਹੀਂ ਸੀ। ਫੌਜ ਦਾ ਪਹਿਰਾ ਸੀ, ਲੋਕ ਕੋਠਿਆਂ 'ਤੇ, ਛੱਤਾਂ 'ਤੇ, ਕੰਧਾਂ 'ਤੇ ਖਲੋ ਕੇ, ਗਲੀਆਂ 'ਚ ਖਲੋ ਕੇ ਵੇਖ ਰਹੇ ਸਨ। ਕੋਈ ਨਾਅਰੇ ਮਾਰ ਰਿਹਾ ਸੀ, ਕੋਈ ਹੱਸ ਰਿਹਾ ਸੀ,
ਕੋਈ ਸੋਗ ਮਨਾ ਰਿਹਾ ਸੀ, ਆਪਣੀ ਆਪਣੀ ਫੀਲਿੰਗ ਜਿਸ ਤਰ੍ਹਾਂ ਦੀ ਕਿਸੇ ਨੂੰ ਉਹਨਾਂ ਵੱਲ ਵੇਖ ਕੇ ਆਈ। ਕਹਿੰਦਾ ਮੈਂ ਪੁੱਛਣਾ ਚਾਹਿਆ ਪਰ ਮੈਂ ਉਹਦੇ ਕੋਲ ਨਾ ਜਾ ਸਕਿਆ। ਮੇਰੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ, ਉਹਨੇ ਮੇਰੇ ਵੱਲ ਵੇਖਿਆ, ਮੈਂ ਉਹਦੇ ਵੱਲ ਵੇਖਿਆ, ਤੇ ਮੈਂ ਉਹਨੂੰ ਆਪਣੇ ਹੱਥ ਦਾ ਇਸ਼ਾਰਾ ਕਰਕੇ ਪੁੱਛਿਆ ਵੀ ਇਸ ਸਿਚੁਏਸ਼ਨ ਵਿੱਚ, ਇਸ ਹਾਲਾਤ ਵਿੱਚ ਤੂੰ ਕੀ ਮਹਿਸੂਸ ਕਰਦਾ ਹੈ, ਕਿ ਤੇਰੇ ਨਾਲ ਸਹੀ ਹੋ ਰਿਹਾ ਕਿ ਗਲਤ ਹੋ ਰਿਹਾ। ਕਹਿੰਦਾ ਉਹ ਮੇਰਾ ਸ਼ਾਇਦ ਸਵਾਲ ਸਮਝ ਗਿਆ ਸੀ। ਉਹਨੇ ਆਪਣਾ ਹੱਥ ਤਾਂ ਨੂੰ ਚੁੱਕਿਆ ਤੇ ਆਪਣੇ ਮੱਥੇ ਨੂੰ ਲਾਇਆ, ਤੇ ਮੈਨੂੰ ਉਹਦੀ ਗੱਲ ਵੀ ਸਮਝਦਿਆਂ ਸਮਾਂ ਨਾ ਲੱਗਿਆ। ਉਹ ਕਹਿ ਰਿਹਾ ਸੀ ਇਹ ਸਮਾਂ ਉਹਦੀ ਰਜ਼ਾ ਦੇ ਵਿੱਚ ਖੁਸ਼ ਨਸੀਬਾਂ ਨੂੰ ਮਿਲਦਾ। ਕਹਿੰਦਾ ਮੈਂ ਹੈਰਾਨ ਸਾਂ, ਇਹਨਾਂ ਬੰਦਿਆਂ ਵਾਸਤੇ ਕੈਦ, ਇਹ ਮੌਤ, ਇਹ ਕਤਲਗਾਹ ਵੱਲ ਜਾ ਰਹੇ ਨੇ, ਇਹਨਾਂ ਨੂੰ ਛੱਡੇਗੀ ਨਹੀਂ ਸਰਕਾਰ। ਪਰ ਇਹ ਕਹਿੰਦਾ ਮੈਂ ਖੁਸ਼ ਨਸੀਬ ਹਾਂ, ਉਹਦੀ ਰਜ਼ਾ ਦੇ ਵਿੱਚ ਇਹ ਸਮਾਂ ਵੀ ਖੁਸ਼ ਨਸੀਬਾਂ ਨੂੰ ਮਿਲਦਾ। ਇਹਦੀ ਜ਼ਿੰਦਗੀ 'ਚ ਪਰੇਸ਼ਾਨੀ ਤੇ ਦੁੱਖ ਹੈ ਹੀ ਨਹੀਂ, ਇਹਦੀ ਜ਼ਿੰਦਗੀ ਦੇ ਵਿੱਚ ਤਕਲੀਫ ਹੈ ਹੀ ਨਹੀਂ। ਤਕਲੀਫ ਦੇ ਮੰਜ਼ਰ ਤੇ ਦਹਾਨੇ ਤੇ ਖੜਾ ਹੈ, ਮੌਤ ਦੇ ਕੰਢੇ ਤੇ ਖੜਾ ਹੈ, ਜ਼ਿੰਦਗੀ ਇਹਦੇ ਹੱਥੋਂ ਖੁੱਸਦੀ ਜਾ ਰਹੀ ਹੈ। ਪਰ ਇਹ ਕਹਿੰਦਾ ਮੈਂ ਖੁਸ਼ ਨਸੀਬ ਹਾਂ ਕਿਉਂਕਿ ਮੈਂ ਉਹਦੀ ਰਜ਼ਾ ਨੂੰ ਮਾਣ ਰਿਹਾ। ਕਿੱਡਾ ਉੱਚਾ ਆਦਰਸ਼ਕ ਜੀਵਨ ਹੈ, ਔਰ ਇਹਦੇ ਲਈ ਕਿੰਨਾ ਅਭਿਆਸ ਹੋਏਗਾ, ਇਹਦੇ ਲਈ ਕਿੰਨੀ ਸੁਰਤ ਦੀ ਉਚਾਈ ਹੋਏਗੀ, ਇਹਦੇ ਲਈ ਜਿਹੜਾ ਕਰੈਕਟਰ ਡਿਵੈਲਪ ਹੋਇਆ ਸਤਿਗੁਰੂ ਦੀ ਬਾਣੀ, ਗੁਰੂ ਉਪਦੇਸ਼, ਸਿੱਖੀ ਨੂੰ ਕਮਾ ਕੇ, ਧਰਮ ਨੂੰ ਕਮਾ ਕੇ, ਉਹ ਚੀਜ਼ ਪਿੱਛੇ ਵਰਕ ਕਰ ਰਹੀ, ਕੰਮ ਕਰ ਰਹੀ ਹੈ। ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਵੀ ਐਸਾ ਕਹਿੰਦੇ ਨੇ, ਤਾਂ ਲੱਭੀ ਦਰਬਾਰ, ਤਾਂ ਤੂੰ ਵਾਹਿਗੁਰੂ ਦਾ ਦਰ ਪ੍ਰਾਪਤ ਕਰ ਲਏਗਾ, ਤੂੰ ਉਹਦੇ ਦਰ ਦਾ ਹੋ ਜਾਏਗਾ। ਉਸ ਦੀ ਪ੍ਰਾਪਤੀ ਕਠਿਨ ਨਹੀਂ ਹੋਏਗੀ ਜੇ ਤੇਰੇ ਅਭਿਆਸ ਰਾਹੀਂ ਆਹ ਚੀਜ਼ਾਂ ਆ ਜਾਂਦੀਆਂ। ਮਹਾਰਾਜ ਮਿਹਰ ਕਰ, ਹੋਈਆਂ ਭੁੱਲਾਂ ਦੀ ਸਤਿਗੁਰੂ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।